ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਕਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨਾ। ਸਿਮਰਾ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਨ। ਹਿਰਦੈ ਨਿਤ ਧਿਆਨ, ਗੁਰ ਰਾਮਦਾਸ ਗੁਣ ਗਾਉ। ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ।
ਵਾਹਿਗੁਰੂ ਜੀ ਦੋਹਰਾ। ਰਾਜਪੂਤ ਮੰਝ ਇੱਕ ਚੌਧਰੀ, ਪ੍ਰਥਮ ਜਨਮ ਕੇ ਮਾਹੇ। ਸੰਸਕਾਰ ਔਰ ਭਗਤ ਕੇ ਸੁਣੋ ਕਥਾ ਅਬ ਤਾਹੇ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚੱਲ ਰਹੇ ਲੜੀਵਾਰ ਇਤਿਹਾਸ ਦੇ ਨਾਲ ਅਗਲੇਰੀ ਕਥਾ ਪਾਉਣ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਰਾਜਪੂਤ ਮੰਝ ਇੱਕ ਚੌਧਰੀ, ਪ੍ਰਥਮ ਜਨਮ ਕੇ ਮਾਹੇ। ਸੰਸਕਾਰ ਔਰ ਭਗਤ ਕੇ ਸੁਣੋ ਕਥਾ ਅਬ ਤਾਹੇ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 43 ਸ਼ੁਰੂ ਕਰਦੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ, ਕਵੀ ਸੰਤੋਖ ਸਿੰਘ ਨੇ ਜਦੋਂ ਸ੍ਰੀ ਅੰਮ੍ਰਿਤ ਸਰੋਵਰ ਦੀ ਸੇਵਾ ਹੋ ਰਹੀ ਸੀ, ਕੁਝ ਕੁ ਸਿੱਖਾਂ ਦੇ ਜਿਹੜੇ ਨਾਂ ਨੇ ਉਹ ਕਥਾ ਦੇ ਵਿੱਚ ਲਏ ਔਰ ਸਰੋਤਿਆਂ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਪਹਿਲੋਂ ਇਹ ਜਿਹੜੇ ਨਾਂ ਤੁਸੀਂ ਲਏ ਨੇ ਇਹਨਾਂ ਦੇ ਵਿੱਚੋਂ ਇਹਨਾਂ ਦਾ ਜਿਹੜਾ ਜੀਵਨ ਹੈ, ਇਹ ਸਿੱਖ ਜਿਵੇਂ ਤਰ੍ਹਾਂ ਦੀ ਸੇਵਾ ਕਰਦੇ ਨੇ ਉਸ ਜੀਵਨ ਦੇ ਬਾਰੇ ਸੁਣਾਓ। ਔਰ ਭਾਈ ਭਗਤੂ ਜੀ ਬਾਰੇ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਕਿਹੜੇ ਢੰਗ ਦੇ ਨਾਲ ਗੁਰੂ ਘਰ ਦੇ ਵਿੱਚ ਰਹਿ ਕੇ ਉਹਨਾਂ ਨੇ ਸੇਵਾ ਕੀਤੀ। ਹੁਣ ਅਗਲਾ ਸਿੱਖ ਹੈ ਭਾਈ ਮੰਝ, ਤੇ ਕਵੀ ਸੰਤੋਖ ਸਿੰਘ ਜੀ ਭਾਈ ਮੰਝ ਦੇ ਬਾਰੇ ਲਿਖ ਰਹੇ ਨੇ ਕਿ ਭਾਈ ਮੰਝ ਇੱਕ ਰਾਜਪੂਤ ਹਿੰਦੂ ਘਰਾਣੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ ਜਿਹੜੇ ਸੰਸਕਾਰ ਸਨ ਪਿਛਲੇ ਜੀਵਨ ਦੇ ਸੰਸਕਾਰ ਉਹਨਾਂ ਦੇ ਭਗਤੀ ਵਾਲੇ ਸਨ। ਤੇ ਉਹ ਭਾਈ ਮੰਝ ਦਾ ਜੀਵਨ ਜਿਹੜਾ ਹੈ ਪਿਛਲਾ ਜੀਵਨ, ਤੇ ਜਿਵੇਂ ਹੁਣ ਉਹ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸੇਵਾ ਕਰ ਰਿਹਾ ਹੈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਜੀਵਨ ਦੇ ਬਾਰੇ ਸੁਣੋ। ਮਾਲ ਸਰਬ ਘਰ ਦਰਬ ਵਿਸਾਲਾ, ਸਰਬ ਪੀਰ ਸੇਵ ਅਬ ਕਾਲਾ। ਕਹਿੰਦੇ ਭਾਈ ਮੰਝ ਰਾਜਪੂਤ ਵੀ ਸੀ, ਪਿੰਡ ਦਾ ਚੌਧਰੀ ਵੀ ਸੀ, ਤੇ ਚੌਧਰੀ ਹੋਣ ਕਰਕੇ ਜ਼ਮੀਨ ਜਾਇਦਾਦ ਵੀ ਖੁੱਲ੍ਹੀ ਸੀ, ਮਾਲ ਡੰਗਰ ਵੀ ਬਹੁਤ ਸੀ, ਪਿੰਡ ਦੇ ਵਿੱਚ ਇੱਜ਼ਤ ਸ਼ੋਹਰਤ ਬੜੀ ਸੀ। ਸੋ ਮਹਿਮਾ ਸਤਿਗੁਰੂ ਕੀ ਸੁਣ ਕੈ, ਸ਼ਬਦ ਸੁਣੇ ਅਰਥਨ ਕੋ ਗੁਣ ਕੈ। ਉਹ ਭਾਈ ਮੰਝ ਨੇ ਧੰਨ ਗੁਰੂ ਅਰਜਨ ਦੇਵ ਜੀ ਦੇ ਬਾਰੇ ਬੜਾ ਸੁਣਿਆ, ਉਹਨਾਂ ਦੀ ਬੜੀ ਮਹਿਮਾ ਸੁਣੀ ਔਰ ਕੁਝ ਸਿੱਖਾਂ ਤੋਂ ਸੰਗਤ ਕਰਦੇ ਹੋਏ ਤੋਂ ਗੁਰੂ ਦੇ ਸ਼ਬਦ ਵੀ ਸੁਣੇ। ਉਹਨਾਂ ਸ਼ਬਦ ਦੇ ਅਰਥ ਜਿਹੜੇ ਨੇ ਉਹ ਸਿੱਖਾਂ ਤੋਂ ਪੁੱਛੇ ਵੀ, ਫਿਰ ਉਹਨਾਂ ਅਰਥਾਂ ਦੇ ਵਿਚਾਰ ਕਰਦਾ ਹੈ। ਉਹਦਾ ਭਗਤ ਪੂਰਬ ਕੇ ਭਈ, ਗੁਰ ਦਰਸ਼ਨ ਕੇ ਰੁਚ ਉਪਜਈ। ਅਸਲ ਵਿੱਚ ਭਗਤੀ ਭਾਵਨਾ ਭਾਈ ਮੰਝ ਦੇ ਵਿੱਚ ਪਹਿਲਾਂ ਵੀ ਸੀ, ਅੰਦਰ ਭਗਤੀ ਵਾਲੇ ਗੁਣ ਸਨ, ਪਰ ਕਿਉਂਕਿ ਸੰਗਤ ਨਾਮ ਮਿਲਣ ਕਰਕੇ ਇਸ ਪਾਸੇ ਪਿਆਰ ਨਹੀਂ ਸੀ। ਔਰ ਜਦੋਂ ਗੁਰੂ ਦੀ ਬਾਣੀ ਸੁਣੀ, ਸ਼ਬਦ ਦੇ ਅਰਥ ਸੁਣੇ ਸਮਝੇ, ਤੇ ਮਨ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ ਕਿ ਜਿਹੜੇ ਗੁਰੂ ਦਾ ਇੰਨਾ ਜਸ ਗੁਰੂ ਕੇ ਸਿੱਖ ਕਰਦੇ ਨੇ
कि किते जाके मैं भी उन्होंने दर्शन करा। जन्म सफल करबे को बांछे, कितक दिवस इच्छा चित आछे। हुण भाई मंझ चाहुंदा है कि धन गुरु अर्जन देव जी के दर्शन होण ते मेरा मनुखा जन्म जिहड़ा सफल हो जाए। इस तरह कई दिनों तो धन गुरु अर्जन देव जी नूं मिलण दी इच्छा मन विच है और प्रबल इच्छा सी। हेर हेर सिखण कोह निके, सिੱਖੀ ਗਹੋਂ ਮਨੋਰਥ ਜੀ ਕੇ। ਤੇ ਜਿਵੇਂ ਜਿਵੇਂ ਉਹ ਗੁਰੂ ਕੇ ਸਿੱਖਾਂ ਨੂੰ ਵੇਖਦਾ ਹੈ, ਗੁਰੂ ਕੇ ਸਿੱਖਾਂ ਦੀ ਰਹਿਣੀ ਬਹਿਣੀ ਵੇਖਦਾ ਹੈ, ਉਹਨਾਂ ਦੀ ਬੋਲ ਬਾਣੀ ਵੇਖਦਾ ਹੈ ਕਿ ਇਹ ਪਹਿਲੋਂ ਗਰੀਬ ਨੂੰ ਛਕਾਉਂਦੇ ਨੇ, ਬਾਅਦ ਵਿੱਚ ਆਪ ਛਕਦੇ ਨੇ, ਇਹ ਪਰਉਪਕਾਰੀ ਨੇ। ਸਿੱਖਾਂ ਨੂੰ ਵੇਖ ਵੇਖ ਕੇ ਮਨ ਦੇ ਵਿੱਚ ਹੋਰ ਇੱਛਾ ਪ੍ਰਬਲ ਹੁੰਦੀ ਕਿ ਇਹ ਸਿੱਖੀ ਮੈਂ ਵੀ ਧਾਰਨ ਕਰਾਂ, ਉਸ ਗੁਰੂ ਦਾ ਚੇਲਾ ਮੈਂ ਵੀ ਬਣਾ। दिन प्रत प्रेम वध्यो अधिकाई, आयो गुरदर्शन हित लाई। कहते दिन प्रति दिन गुरु के सिखा नूं वेख वेख के मन दे विच दर्शनां दी बड़ी प्यास लगी, बड़ा प्रेम अंदर जागया। और देखो भाई मंझ को साडे सामने उदाहरण है। कई बारी हो सकता है साडे वर्गे कोल सिੱਖੀ वाले गुण ना होण, पर ਜਿਹੜੇ ਨਾਲ ਦੇ ਨੇ कई बारी वेख वेख के भावें उत्तों पहरावा भी वेखते हैं, उत्तों उत्तों गुण वेखते हैं, क्योंकि साडे कोल वेखण वाली नज़र तो उत्तों वाली है ना। जिवें डॉक्टर ने साइंस है, उन्होंने कोल एक कैमरा है, वो स्कैन करते हैं, बंदे के अंदर बरीक तो बरीक नाड़ियाँ वेख लेंदे ने। बस साडे कोल कैमरे वाली अख तो हो सकती है कि बरीकी नाल बाहर दे उनके गुण अवगुण वेख लीए। और हो सकता है कि बाहर के गुणों को वेख के कई बार जो वेखण वाला उनके अंदर गुण ज़्यादा पैदा हो जाए, और प्यार जोड़ा चाहिए सी वो प्यार उनके अंदर पैदा हो जाए। और भाई मंझ के अंदर वो प्यार पैदा होया है। पर जिहड़ी बेनती कर लगे सी, साडे कोल नज़र बाहर दी है, भाई मंझ बाहरों वेखदा है, तो जिहड़े गुरु कोल जाना वो तो घट घट के अंदर दी जानते हैं। अंदर दे जिहड़ा मनोरथ जिहड़ा मन है, जिहड़े मन नूं अज तक कदे नहीं देखिया किसी ने, गुरु तो उस मन नूं भी वेखदे ने। हुण भाई मंझ दे अंदर प्रेम बड़ा है। सदन त्याग कै सब परिवार, पुत्रादिक को प्रेम विसार। एक दिन भाई मंझ ने अपना पूरा पक्का निश्चय किया, घर परिवार नूं छड्डिया कि धन गुरु अर्जन देव जी के दर्शन करने ने, उत्थे ही जाके वस जाना है। पूर्वले जागे शुभ भाग, करके दृढ़ उर मह बैराग। भाई मंझ के अंदर बैराग बड़ा पैदा होया। असल में बैराग नहीं सी, ये पूर्वले के किए हुए कर्म ही अगे आ गए, भाग जाग गए कि गुरु साहब के बारे ने सुन लिया। श्री अर्जन के शरण ही आए, बंदे पद अरबिंद सुहाए। भाई मंझ गुरु के सिखा नाल धन गुरु अर्जन देव महाराज जी के चरण शरण में आया, हाथ जोड़ के मत्था टेकिया, नमस्कार की। सुंदर मृदल बिमल दुतवंते, रज पराग जिनकी सुखवंते। जेड़े सतगुरु धन गुरु अर्जन देव जी के चरण बड़े सोहने, बड़े कोमल, वो जेड़े चरण शोभा वाले ने, उन्होंने चरणों की धूड़ भाई मंझ ने अपने मस्तक ते लाई। बिनते कीन हर हो त्रै ताप, गुर सिक्खी को बख्शो आप। भाई मंझ ने मत्था टेकन तो बाद, चरणों की धूड़ मत्थे ते लाउण तो बाद हाथ जोड़ के इको बेनती की, सतगुरु जी कृपा करो। जेड़े तीन ताप ने, ये शरीर के तीन रोग गिने गए हैं, आद ब्याद ते उपाद। ये कृपा करो मेरे तिन्ने रोग कट दो, तिन्ने ताप कट दो, कृपा करो मैनू सिक्खी दी दात बख्श दिओ। जन्म मरण को संकट भारी, दीन जान कर लिहो उभारी। भाई मंझ बेनती करदा कि सतगुरु जी मैं दीन हो के तुहाडी शरण च आया हां, ते दीन आए दीन बने हुए दी शरण आए हुए दी बाह फड़ो। कृपा करो, मेरा जन्म मरण का संकट बड़े वड्डे ने,
ये जन्म मरण के संकट कट दिओ। सुन कै श्री अर्जनपुर मायो, अपन पीर तैं तुर्क बनायो। ये सुन के धन गुरु अर्जन देव जी कहते ने, मंझ भाई सिक्खी लैन ते तू आया है, पर पीर ते तेरा कोई होर है, गुरु तो किसी होर नूं धारण किया है। पीर ते तू पत्थरां नूं मनना है, कबरां नूं मनना है, क्योंकि भाई मंझ सरवर दा चेला सी, सरवर पीर नूं मनदा सी। सरवर के मुरीद तुम रहे, इत गुर सिੱਖੇ दुर्लभ है। धन गुरु अर्जन देव जी कहते हैं, भाई मंझ सिੱਖੀ ਦੇ ਉੱਤੇ सिੱਖੀ नहीं टिकती। तू सिख बनया सरवर दा, तू सरवर दा मुरीद है, तो इत्थों जिहड़ी गुरसिੱਖੀ दी तू भाल वास्ते आए, ये बड़ी दुर्लभ है। ये इन्नी सौखी ਜਾਂ ये कह दिए कि इन्नी सस्ती मिलती नहीं। खंडे धार चले नह गिरे, सुखम अधिक केस ते परे। भाई मंझ जेड़ी सिੱਖੀ दे राह ते तू चलना है ना, ये खंडे नाल तिरखी है, खड्डे तो तिखी ते वाल तो भी बरीक है जेड़े रस्ते ते जाना है। हुण देखो वाल एक केस है, जे किसी ने इनकी नपाई करनी होवे कितना मोटा है, की गिनेगा जी किन्ने MM दा है, कुछ भी नहीं। एडा बरीक रस्ता। और सतगुरु जी ने पावन बचन बाणी जी कहे ने, आप जी नूं चेते भी ने, धन गुरु अमरदास जी कहते हैं कि खन्नों तिखी वालों निक्की एत मार्ग जाना। भाई ये मार्ग सौखा नहीं, बहुत बरीक है, बड़ा ये खंडे नालों तिखा है। नहीं कमाए सकोगे ताही, प्राणन को पलटो जिस माही। सतगुरु कहते ने, मंझ तेरे तो ये साडी सिੱਖੀ कमाई नहीं जानी। सिੱਖੀ दे विच ते बंदा प्राण भी दे दे, ते प्राण दे के भी जिताउंदा नहीं। इत्थे ते प्राण भी जा सकते हैं। आपा जहाँ जनावो नाही, देह सीस पार से न कराही। साडे सिख ते वो ने जिहड़ा सिੱਖੀ नूं धारण करदा, फिर आपा जन्मदा नहीं। भावें गुण विच किन्ने भी होण, उन्हां गुणां नूं दसदा नहीं, बोल बोल के प्रगट करदा नहीं। और देखो खिमा करना, भावें अज साडे सिखां विच ये काम बहुत घट है। ये नहीं कह सकते कि बिल्कुल है नहीं, क्योंकि गुरु ग्रंथ साहब जी जुगो जुग अटल ने, और सिख भी जुगो जुग अटल ने, पर है बहुत थोड़े। आपा कोई ना जनावे। किसी ने एक सहज पाठ कर लियो तो नाल जदों तक 10-20 नूं दसे ना कि मैं भोग पा लिया है, अंदर टिकदा नहीं। नितनेम 2-4 दिन लगातार कर ले तो नाल 10-20 नूं जे सुनावे ना, मैं तो नितनेम भावें किसी भी बहाने सुना दिंदा है। और गुरु साहब जी कहते हैं, साडे सिख अपना जन्मते नहीं, वो बहुत विरले थोड़े ने जिहड़े अज भी ने। साडे सिख उन्हें जे सीस भी चला जाए ना, देह सीस पर सीस ना कराही। सीस दे के भी सी नहीं बोलते मुँह तो। अर जब सिख हमारू होवैं, अप जस लहैं सकल धन खोवैं। ते भाई मंझ दूजी गल है, तेरे कोल शानो शौकत बहुत है, इज्जत मान बड़ा है, धन पदार्थ बड़ा है। जे तू साडा सिख बन भी गया ना, तो फिर एक गल चेते रखी, लोग तेनों अप जस भी माड़े बोल भी बोलणगे, माड़ा भी कहणगे। हो सकता ये जिहड़ियां सलामां लोग हथ जोड़ जोड़ के करते हैं, ये तेनों सलामां के बजाय मूँह तो कुछ गलत भी बोलना। ये जिहड़ा घर दे विच मੱਝਾਂ गावां घर भरिया पिया है, ये धन पदार्थ कोई भी ना रहे। कुल के लोक करें उपहास, नहीं बैठ बे देह निज पास। भाई मंझ जे तू सिੱਖੀ नूं धारण कर भी लवें, तो देखियो हो सकता तेरे कुल दे, तेरे घर दे, वो तेरे ते मजाक भी तेरा करन, तेनों अपने कोल भी ना बैठन देन। हो सकता तेनों अपने नालों बिल्कुल वखरा कर देना। इत्ते बात सहो मन लाए, तो हमरो सिख हूजे आए। सतगुरु कहते ने, भाई मंझ
ਪਹਿਲੋਂ ਇਹ ਗੱਲ ਚੰਗੀ ਤਰ੍ਹਾਂ ਆਪਣੇ ਮਨ ਦੇ ਵਿੱਚ ਬਿਠਾ ਕਿ ਇਹ ਸਾਰਾ ਕੁਝ ਬਰਦਾਸ਼ਤ ਕਰ ਸਕਣਾ, ਫਿਰ ਆ ਜੀ ਮਨ ਬਣਾ ਲਈ, ਫਿਰ ਆ ਕੇ ਸਿੱਖ ਬਣ ਗਈ। ਦੇਖੋ ਅੱਜ ਪ੍ਰਚਾਰ ਭਾਵੇਂ ਕੀਤਾ ਜਾਂਦਾ ਹੈ, ਖੰਡੇ ਬਾਟੇ ਦੀ ਪੌੜ ਦਿੱਤੀ ਜਾਂਦੀ ਹੈ, ਚੰਗੀ ਗੱਲ ਹੈ। ਕੇਸ ਹਜੇ ਨਹੀਂ ਤੇ ਫਿਰ ਵੀ ਛਕਾ ਦਿੱਤਾ ਜਾਂਦਾ, ਕੋਈ ਨਹੀਂ ਅੱਜ ਤੋਂ ਬਾਅਦ ਨਾ ਕੱਟੀ, ਕਿਉਂਕਿ ਸਾਡੀ ਸਿੱਖਾਂ ਦੀ ਗਿਣਤੀ ਵਧੇ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਵੇਂ ਘੁਮਿਆਰ ਇੱਕ ਘੜੇ ਨੂੰ ਠਣਕਾ ਕੇ ਚੰਗੀ ਤਰ੍ਹਾਂ ਪਹਿਲੋਂ ਵੇਖਦਾ ਹੈ ਨਾ, ਔਰ ਕਈ ਵਾਰੀ ਵੇਖਣ ਨੂੰ ਲੱਗਦਾ ਕਿ ਜਦੋਂ ਘੜਾ ਬਣਾਉਂਦਾ ਬਾਹਰੋਂ ਮਾਰਦਾ ਕਿਉਂ ਹੈ, ਕੁੱਟਦਾ ਕਿਉਂ ਹੈ। ਇਹ ਕੋਟੇ ਸਮਝ ਲਓ ਕਿ ਬਿਲਕੁਲ ਪੱਕਾ ਬਣਾਉਣਾ, ਉਸ ਘੁਮਿਆਰ ਦੀ ਤਰ੍ਹਾਂ ਘੜੇ ਨੂੰ ਅੰਦਰ ਨੂੰ ਠਣਕਾ ਕੇ ਦੇਖਣਾ ਹੈ ਭਈ ਗਿਣਤੀ ਭਾਵੇਂ ਘੱਟ ਰਹਿ ਜਾਏ, ਪਰ ਜਿਹੜਾ ਸਿੱਖੀ ਦੇ ਵਿੱਚ ਆਵੇ ਫਿਰ ਮਨੋਂ ਹੋ ਕੇ ਆਵੇ ਤੇ ਪ੍ਰੇਮ ਦੇ ਨਾਲ ਆਵੇ। ਭਾਈ ਮੰਝ ਛੱਡ ਸਿੱਖੀ ਤੋਂ ਕੀ ਲੈਣਾ ਹੈ, ਜਾ ਕੇ ਆਪਣੇ ਸੁੱਖ ਭੋਗ। ਨਾਹੇ ਤਸੇ ਵੋ ਪੀਰ ਮੁਕੰਮੂ, ਸਿੱਖੀ ਕੋ ਲੀਜੈ ਨਹਿ ਨਾਮੂ। ਭਾਈ ਛੱਡ ਸਿੱਖੀ ਦਾ ਖਹਿੜਾ, ਸਿੱਖੀ ਦਾ ਨਾਂ ਨਾ ਲਈ, ਜਾ ਕੇ ਆਪਣੇ ਪੀਰ ਨੂੰ ਮਨਾ, ਕਬਰਾਂ ਨੂੰ ਜਾ ਕੇ ਮੱਥੇ ਟੇਕ। ਰਾਖੋ ਧਨ ਕੁਲ ਕੀ ਵਡਿਆਈ, ਸਿੱਖੇ ਧਰ ਕਿਉਂ ਲੈ ਦੁੱਖ ਪਾਈ। ਭਾਈ ਸਾਡੀ ਸਿੱਖੀ ਲੈ ਕੇ ਕਿਉਂ ਐਵੇਂ ਖਾਮ ਖਾਈ ਦੁੱਖਾਂ ਨੂੰ ਵਾਜਾਂ ਮਾਰਨਾ, ਇੱਥੇ ਤਾਂ ਦੁੱਖ ਆਉਣਗੇ। ਜਾ ਕੇ ਧਨ ਨੂੰ ਸੰਭਾਲ, ਆਪਣੀ ਚੌਧਰ ਨੂੰ ਸੰਭਾਲ, ਕਾਰੋਬਾਰ ਨੂੰ ਸੰਭਾਲ। ਸੁਣ ਕੈ ਇਮ ਬਾਕਣ ਗੁਰ ਪਾਸ, ਅੰਜਲ ਬਾਂਧ ਕੀਨ ਅਰਦਾਸ। ਭਾਈ ਮੰਝ ਨੇ ਗੁਰੂ ਸਾਹਿਬ ਤੋਂ ਜਦੋਂ ਬਚਨ ਸੁਣੇ, ਭਾਈ ਮੰਝ ਨੇ ਨੀਵੀਂ ਪਾ ਲਈ, ਹੱਥ ਜੋੜੇ ਤੇ ਹੱਥ ਜੋੜ ਕੇ ਬੇਨਤੀ ਕਰਕੇ ਕਹਿੰਦਾ ਹੈ, ਅਬ ਕੋ ਰਾਵਰ ਦਰਸ਼ਨ ਜੋਵਾ, ਜਬ ਕੋ ਰਾਵਣ ਦਰਸ਼ਨ ਜੋਵਾ। ਸੁਣਬੋ ਸੁਰਤ ਵਾਕਣ ਕੋ ਹੋਵਾ। ਸਤਿਗੁਰ ਜੀ ਜਦੋਂ ਤੋਂ ਆਪ ਜੀ ਦੇ ਬਚਨ ਸੁਣੇ, ਆਪ ਜੀ ਦੇ ਬਾਰੇ ਸੁਣਿਆ, ਔਰ ਖਾਸ ਕਰਕੇ ਹੁਣ ਜਦੋਂ ਆਪ ਜੀ ਦੇ ਦਰਸ਼ਨ ਕਰ ਲਏ ਨੇ, ਆਪ ਜੀ ਦੇ ਮੁਖ ਤੋਂ ਬਚਨ ਸੁਣ ਲਏ ਨੇ, ਇਹ ਤਾਂ ਮੈਂ ਬੜੇ ਸਮੇਂ ਤੋਂ ਸੁਣਨਾ ਚਾਹੁੰਦਾ ਸਾਂ। ਤਬ ਕੋ ਮਨ ਹਮਰੋ ਹਟ ਗਇਓ, ਹਿਰਦੈ ਵਿਚਾਰਤ ਲੱਜਤ ਭਇਓ। ਸਤਿਗੁਰ ਜੀ ਜਦੋਂ ਤੋਂ ਤੁਹਾਡੇ ਬਚਨ, ਤੁਹਾਡੇ ਸਿੱਖਾਂ ਤੋਂ ਸੁਣੇ, ਤੁਹਾਡੇ ਸ਼ਬਦ ਸੁਣੇ, ਉਸ ਪੀਰ ਨੂੰ, ਕਬਰਾਂ ਨੂੰ ਮੱਥਾ ਟੇਕਣੋਂ ਮੈਂ ਤਾਂ ਉਦੋਂ ਹੀ ਹਟ ਗਿਆ। ਔਰ ਹਕੀਕਤ ਹੈ ਕਿ ਹਿਰਦੈ ਵਿਚਾਰਤ ਲੱਜਤ ਭਇਓ, ਮੈਂ ਤਾਂ ਆਪਣੇ ਅੰਦਰ ਸੋਚ ਕੇ ਵਿਚਾਰ ਕਰਕੇ ਸ਼ਰਮਸ਼ਾਰ ਹੀ ਬੜਾ ਹੋਇਆ ਕਿ ਐਡਾ ਕੀਮਤੀ ਸਰੀਰ ਮਿਲਿਆ, ਜੀਵਨ ਮਿਲਿਆ, ਤੇ ਮੰਝ ਤੂੰ ਕਬਰਾਂ ਦੇ ਅੱਗੇ ਮੱਥਾ ਟੇਕਦਾ ਰਿਹਾ, ਇਹਨਾਂ ਦੇ ਅੱਗੇ ਝੁਕਦਾ ਰਿਹਾ। ਸਰਵਰ ਤੁਰਕ ਨਾ ਅਜਮਤ ਜਾਹੀ, ਦੇਖਾ ਦੇਖੇ ਨਰ ਜਗ ਮਾਹੀ। ਸਤਿਗੁਰੂ ਜੀ ਮੈਂ ਸ਼ਰਮਸ਼ਾਰ ਹੁੰਦਾ ਰਿਹਾ, ਸਾਡੇ ਲੋਕ ਤੇ ਐਵੇਂ ਨੇ, ਬਸ ਇੱਕ ਗਿਆ ਤੇ ਉਹਨੂੰ ਵੇਖ ਕੇ ਦੂਜਾ ਗਿਆ। ਭੇਡ ਚਾਲ ਬਣਾ ਲਈ ਕਿ ਵੇਖੋ ਵੇਖੇ ਜਾ ਕੇ ਮੱਥਾ ਟੇਕਣਾ ਹੀ ਹੈ। ਇਹ ਭੇਡ ਚਾਲ ਬਣਾ ਲਈ, ਇੱਕ ਤੇ ਤੁਰਕ ਹੈ, ਸਰਵਰ ਜਿਹੜਾ ਹੈ ਤੁਰਕ ਹੈ। ਸਾਡਾ ਜਨਮ ਹਿੰਦੂ ਘਰ ਦੇ ਵਿੱਚ ਹੋਇਆ ਹੈ ਕਿ ਸੀਸ ਨਵਾਵੇਂ ਤੁਰਕ ਆਕਾਰੀ, ਖੋਏ ਧਰਮ ਨਾਰ ਤਨ ਤੇ ਹਾਰੀ। ਸਾਡੇ ਲੋਕਾਂ ਨੇ ਤੇ ਆਪਣਾ ਹੀ ਧਰਮ ਨਹੀਂ ਰੱਖਿਆ, ਹਿੰਦੂ ਹੋ ਕੇ ਇੱਕ ਸਰਵਰ ਦੇ ਅੱਗੇ ਸੀਸ ਝੁਕਾਉਂਦੇ ਨੇ, ਔਰ ਸਰਵਰ ਵੀ ਕਹਿਦਾ ਕਿ ਪੱਥਰ ਹੀ ਹੈ, ਕਬਰ ਹੀ ਹੈ, ਕਬਰ ਦੇ ਅੱਗੇ ਮੱਥਾ ਟੇਕੀ ਜਾਂਦੇ ਨੇ। ਹਮ ਹਿੰਦੂ ਉੱਤਮ ਤਨ ਪਾਏ, ਨੀਚ ਮਲੇਸ਼ਾ ਸ਼ੀਸ਼ ਨਵਾਏ। ਸਤਿਗੁਰੂ ਜੀ ਅਸੀਂ ਕਿਸੇ ਹੋਰ ਦੇ ਧਰਮ ਨੂੰ ਕੀ ਮੰਨਣਾ, ਸੀ ਤੇ ਆਪਣੇ ਧਰਮ ਨਹੀਂ ਰੱਖਿਆ। ਅਸੀਂ ਰਾਜਪੂਤ ਹਿੰਦੂ ਹਾਂ। ਰੱਬ ਨੇ, ਪਰਮੇਸ਼ਰ ਨੇ ਸਾਨੂੰ ਐਡਾ ਕੀਮਤੀ ਸਰੀਰ ਦਿੱਤਾ, ਪਰ ਅਸੀਂ ਆਪਣੇ ਧਰਮ ਗਵਾ ਬੈਠੇ। ਅਸੀਂ ਉਹਨਾਂ ਮਲੇਸ਼ਾਂ ਦੇ ਅੱਗੇ ਜਾ ਕੇ ਸੀਸ ਝੁਕਾ ਰਹੇ ਹਾਂ। ਇਸ ਤੇ ਪਰਯ ਧਰਮ ਨਾ ਔਰ, ਲਹੈ ਸਜਾਏ ਨਰਕ ਕੇ ਠੌਰ। ਹੁਣ ਭਾਈ ਮੰਝ ਜੀ ਨੀਵੀਂ ਪਾ ਕੇ ਬੇਨਤੀ ਕਰਦੇ ਨੇ, ਸਤਿਗੁਰੂ ਜੀ ਇਸ ਤੋਂ ਪਰੇ ਹੋਰ ਅਧਰਮ ਕਿਹੜਾ ਹੋ ਸਕਦਾ ਹੈ? ਧਰਮ ਨਾਂ ਦੀ ਤਾਂ ਚੀਜ਼ ਸਾਡੇ ਕੋਲ ਨਹੀਂ, ਅਸੀਂ ਤੇ ਅਧਰਮ ਕਮਾਇਆ ਹੈ। ਸਾਨੂੰ ਤੇ ਨਰਕਾਂ ਦੇ ਵਿੱਚ ਵੀ ਥਾਂ ਜਾ ਕੇ ਪ੍ਰਾਪਤ ਨਹੀਂ ਹੋਣੀ। ਦੋਖੇ ਗਊ ਅਣਕ ਨਿਤ ਜੋਈ, ਦੇਵੀ ਦੇਵ ਨਾ ਮੰਨੈ ਕੋਈ। ਅਸੀਂ ਤੇ ਉਹਨਾਂ ਦੇ ਅੱਗੇ ਸਿਰ ਝੁਕਾਉਂਦੇ ਹਾਂ, ਉਹਨਾਂ ਨੂੰ ਪੂਜਨੇ ਆ।
ਜਿਹੜੇ ਗਊ ਦੇ ਦੁਖੀ ਨੇ ਅਸੀਂ ਨਾਲੇ ਗਊ ਨੂੰ ਅਸੀਂ ਆਪਣੀ ਮਾਤਾ ਮੰਨਣੇ ਆ, ਤੇ ਨਾਲੇ ਜਿਹੜੇ ਗਊਆਂ ਨੂੰ ਵੱਢ ਵੱਢ ਕੇ ਖਾ ਜਾਂਦੇ ਨੇ ਉਹਨਾਂ ਦੇ ਅੱਗੇ ਅਸੀਂ ਮੱਥੇ ਟੇਕਣੇ ਆ। ਕਿਸੇ ਦੇਵੀ ਦੇਵਤੇ ਨੂੰ ਉਹ ਨਹੀਂ ਮੰਨਦੇ, ਪਰ ਅਸੀਂ ਉਹਨਾਂ ਦੀ ਕਬਰਾਂ ਨੂੰ ਮੰਨੀ ਜਾਂਦੇ ਆ। ਮਹਾ ਕੁਚੇਲ ਨਾ ਸੁਚ ਕੋ ਲੇਸ਼, ਆਦ ਚੰਡਾਲ ਜੇ ਰਲਹਿ ਅਸ਼ੇਸ਼। ਤੇ ਸਤਿਗੁਰੂ ਜੀ ਮੈਂ ਉਹਨਾਂ ਦੇ ਨੇੜੇ ਹੋ ਕੇ ਵੀ ਦੇਖਿਆ, ਉਹ ਲੋਕ ਉਹ ਨੇ ਜਿਹੜੇ ਮੈਲੇ ਕੁਚਾਲੇ ਰਹਿੰਦੇ ਨੇ, ਸੁੱਚ ਕੋਈ ਨਹੀਂ ਰੱਖਦੇ, ਸੁਚਮਤਾ ਦੇ ਉਹਨਾਂ ਦੇ ਨੇੜੇ ਵੀ ਕੋਈ ਨਹੀਂ, ਉਹਦੇ ਐਵੇਂ ਰਹਿੰਦੇ ਨੇ ਬਸ ਮੈਲੇ ਕੁਚਾਲੇ ਬਣ ਕੇ। ਏਕ ਮੇਕ ਹੋਏ ਸਭ ਮਿਲ ਖਾਵੈਂ, ਪੁਨ ਆਪਣੇ ਕੋ ਅਧਿਕ ਕਹਾਵੈਂ। ਸਾਰੇ ਇੱਕੋ ਹੀ ਭਾਂਡੇ ਵਿੱਚ ਖਾਈ ਜਾਂਦੇ ਨੇ, ਇੱਕ ਦੂਜੇ ਦਾ ਜੂਠਾ ਖਾਈ ਜਾਂਦੇ ਨੇ, ਤੇ ਫਿਰ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਵੀ ਦੱਸਦੇ ਨੇ, ਆਪਣੇ ਆਪ ਨੂੰ ਵੱਡਾ ਵੀ ਸਮਝਦੇ ਨੇ, ਸੋਚ ਕੋਈ ਨਹੀਂ ਰੱਖਦੇ। ਨਹਿ ਨਾ ਪਾਕ ਤੇ ਕਰੇ ਗਿਲਾਨੇ, ਹਿੰਦੂ ਧਰਮ ਕਿਆ ਇਨ ਕੋ ਇਨ ਜੋ ਮੰਨੇ। ਕਹਿੰਦੇ ਰਹਿੰਦੇ ਅਪਵਿੱਤਰ ਨੇ, ਰਹਿੰਦੇ ਮੈਲੇ ਕੁਚਾਲੇ ਨੇ, ਪਰ ਉਸ ਮੈਲ ਤੋਂ ਨਫ਼ਰਤ ਨਹੀਂ ਕਰਦੇ। ਹਿੰਦੂ ਉਹਨਾਂ ਦਾ ਜਿਨ੍ਹਾਂ ਦਾ ਧਰਮ ਹਿੰਦੂ ਹੈ, ਉਹਨਾਂ ਨੇ ਆਪਣੇ ਧਰਮ ਨੂੰ ਨਹੀਂ ਜਾਣਿਆ। ਇਹ ਹਿੰਦੂ ਦੇ ਧਰਮ ਨੂੰ ਇਹਨਾਂ 'ਤੇ ਕੀ ਜਾਣਨਾ, ਪਰ ਅਸੀਂ ਹਿੰਦੂ ਹੋ ਕੇ ਅਸੀਂ ਇਹਨਾਂ ਨੂੰ ਮੱਥੇ ਟੇਕਨੇ ਆ। ਇਮ ਵਿਚਾਰ ਕੈ ਹਮ ਮਨ ਮਾਹੀ, ਮਾਨਤ ਰਹੇ ਸੋ ਅਬ ਪਛਤਾਹੀ। ਸਤਿਗੁਰੂ ਜੀ ਇਹ ਸਾਰੀਆਂ ਵਿਚਾਰਾਂ ਮੈਂ ਕਰ ਕਰਕੇ ਮੈਂ ਤਾਂ ਸ਼ਰਮਸ਼ਾਰ ਹੀ ਬੜਾ ਹੋਇਆ ਕਿ ਅਸੀਂ ਕੀਤਾ ਕਿ ਮਨੁੱਖਾ ਦੇਹੀ ਮਿਲੀ, ਪਰ ਲੋਕਾਂ ਦੇ ਪਿੱਛੇ ਭੇਡ ਚਾਲ ਪਿੱਛੇ ਲੱਗ ਕੇ ਇੰਨਾ ਜੀਵਨ ਆਪਣਾ ਬਰਬਾਦ ਕਰ ਲਿਆ ਹੈ। ਇੰਨੇ ਸਾਲ ਇੰਨੇ ਸਵਾਸ ਜਿਹੜੇ ਨੇ ਉਹ ਕੇਵਲ ਭੇਡਾਂ ਦੀ ਤਰ੍ਹਾਂ ਗੁਜ਼ਾਰ ਦਿੱਤੇ। ਦੀਏ ਦਰੂਦ ਸ਼ੇਰਣੀ ਖਾਏ, ਇੱਕ ਹਿੰਦੂ ਸੋ ਨਾਮ ਕਹਾਏ। ਨਾਲੇ ਅਸੀਂ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਾਂ, ਤੇ ਨਾਲੇ ਅਸੀਂ ਉਹਨਾਂ ਦੇ ਚੜਾਵੇ ਦੀ ਜਿਹੜੀ ਸ਼ੇਰਨੀ ਉਹ ਖਾਈ ਜਾਂਦੇ, ਖਾਈ ਕੀ ਜਾਂਦੇ, ਆਪ ਵੀ ਜਾ ਕੇ ਚੜਾਉਂਦੇ ਹਾਂ। ਪੁਰਖੀਆਂ ਮੈਂ ਪਹਿਲੋਂ ਮੰਗ ਲਵਾਂ, ਬਹੁਤ ਸਾਰੇ ਪੰਜਾਬ 'ਚ ਵੀ ਹਰਿਆਣੇ 'ਚ ਵੀ ਐਸੇ ਵੀ ਨੇ ਜਿਨ੍ਹਾਂ ਕਿਰਪਾਨਾਂ ਵੀ ਪਾਈਆਂ ਹੁੰਦੀਆਂ, ਜਾਣ ਲੱਗਿਆ ਥੱਲੋਂ ਕਰ ਲੈਂਦੇ ਨੇ ਸ਼ੇਰਨੀ, ਉਹ ਵੀ ਜਾ ਕੇ ਚੜਾਈ ਆਉਂਦੇ ਨੇ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨੇ ਰਹਿਤਨਾਮਿਆਂ 'ਤੇ ਪਾਈ ਕਿ ਜਹਾਂ ਤਹਾਂ ਕਾ ਖਾਏ ਪ੍ਰਸਾਦ, ਸੋ ਹਮਰਾ ਸਿੱਖ ਨਹੀਂ ਅੰਤਿਆਰ ਯਾਦ। ਉਹ ਸਾਡਾ ਬਿਲਕੁਲ ਹੀ ਸਿੱਖ ਨਹੀਂ, ਗੁਰੂ ਸਾਹਿਬ ਤੇ ਮੰਨਦੇ ਹੀ ਨਹੀਂ। ਆਪਣੇ ਆਪ ਨੂੰ ਸਿੱਖ ਵੀ ਕਹੀ ਜਾਣ, ਵੀਰਵਾਰ ਨੂੰ ਜਾ ਕੇ ਮਿੱਠੇ ਚੌਲ ਵੀ ਖਾਈ ਜਾਣ, ਕੋਈ ਗੱਲ ਨਹੀਂ, ਪ੍ਰਸ਼ਾਦ ਹੀ ਹੈ। ਕਾਲੇ ਛੋਲੇ ਮਿਲੇ ਉਹ ਮਿਲ ਕੇ ਸ਼ਨੀਵਾਰ ਨੂੰ ਉਹ ਛਕ ਲਏ, ਕੋਈ ਗੱਲ ਨਹੀਂ, ਪ੍ਰਸ਼ਾਦ ਹੀ ਹੈ। ਕਿਉਂਕਿ ਰਹਿਤਨਾਮੇ ਨਾ ਤੇ ਅਸੀਂ ਪੜ੍ਹੇ, ਨਾ ਕਦੇ ਸੁਣਿਆ, ਨਾ ਕਦੇ ਵਿਚਾਰ ਕੀਤੇ ਕਿ ਮਿਲ ਗਿਆ, ਕੋਈ ਗੱਲ ਨਹੀਂ, ਪ੍ਰਸ਼ਾਦ ਹੀ ਹੈ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਛਕਣਾ ਤੇ ਛਕੀ ਜਾ, ਪਰ ਮੇਰਾ ਸਿੱਖ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਪਹਿਲੋਂ ਠੋਕ ਵਜਾ ਕੇ ਕਹਿੰਦੇ ਨੇ ਭਾਈ ਜੇ ਸਿੱਖੀ ਧਾਰਨ ਕਰਨੀ ਫਿਰ ਇਹ ਸਾਰੇ ਛੱਡਣੇ ਪੈਣੇ ਨੇ। ਨਮਰ ਹੋਏ ਏਵ ਬਿਨੈ ਸੁਨਾਇਵ, ਪ੍ਰੇਮ ਅਧਿਕ ਲੋਚਨ ਜਲ ਛਾਇਵ। ਪਰ ਭਾਈ ਮੰਝ ਨੇ ਆਪਣੇ ਅੰਦਰ ਬਿਲਕੁਲ ਸਨਿਮਰ ਹੋ ਕੇ ਨੀਵੀਂ ਪਾਈ, ਅੱਖਾਂ 'ਚ ਪਾਣੀ ਆਇਆ, ਜਲ ਭਰ ਆਇਆ, ਅੱਖਾਂ ਨੀਵੀਆਂ ਪਾ ਕੇ ਆਪਣੀ ਅੰਦਰ ਦੀ ਸਾਰੀ ਗੱਲ ਸੁਣਾਈ। ਸਤਿਗੁਰੂ ਜੀ ਕਿਰਪਾ ਕਰੋ, ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਪ੍ਰਭ ਜੀ ਆਏ ਸ਼ਰਨ ਤੁਮਾਰੀ, ਦੇਹੋ ਸਿੱਖੀ ਹਮ ਲਖ ਅਧਿਕਾਰੀ। ਸਤਿਗੁਰੂ ਜੀ ਕਿਰਪਾ ਕਰੋ, ਮੈਨੂੰ ਅਧਿਕਾਰੀ ਜਾਣ ਕੇ ਸਿੱਖੇ ਦੇ ਦਾਤ ਦਿਓ। ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਤੇ ਹੁਣ ਤੁਹਾਡੀ ਸ਼ਰਨ ਛੱਡ ਕੇ ਕਿਤੇ ਹੋਰ ਜਾਣਾ ਨਹੀਂ। ਬੋਲੇ ਸ੍ਰੀ ਅਰਜਨ ਸੁਖ ਧਾਮ, ਪੂਰਬ ਸਰਵਰ ਢਾਹੋ ਮੁਕੰਮੂ। ਔਰ ਧੰਨ ਗੁਰੂ ਅਰਜਨ ਦੇਵ ਜੀ ਨੇ ਫਿਰ ਬਚਨ ਕੀਤੇ, ਭਾਈ ਮੰਝ ਤੈਨੂੰ ਕਿਹਾ ਹੈ ਕਿ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ। ਜੇ ਸੱਚਮੁੱਚ ਇਹੀ ਗੱਲ ਹੈ ਤੇ ਪਹਿਲੀ ਸਿੱਖੀ ਜਾ ਕੇ ਢਾਹ। ਉਹ ਸਰਵਰ ਦੀ ਕਬਰ ਨੂੰ ਘਰੋਂ ਜਾ ਕੇ ਬਾਹਰ ਸੁੱਟ ਕੱਢ ਗਏ। ਪੁਨ ਆਵੋ ਸਤਿਗੁਰੂ ਸ਼ਰਨ ਆਈ, ਕਰੇ ਗੁਨਾਹੋ ਦੇਹੁ ਬਖਸ਼ਾਈ। ਪਹਿਲੋਂ ਜੇ ਇਹ ਕੰਮ ਕਰ ਸਕਣਾ ਤੇ ਕਰ, ਇਕੱਲੀ ਕਬਰ ਘਰੋਂ ਬਾਹਰ ਨਹੀਂ ਕੱਢਣੀ, ਆਪਣੇ ਅੰਦਰੋਂ ਵੀ ਕੱਢ ਦੇਣੀ ਹੈ, ਹਿਰਦੇ ਵਿੱਚ ਵੀ ਨਹੀਂ ਰੱਖਣਾ। ਇਹ ਕੰਮ ਕਰ ਸਕਣਾ ਤੇ ਜਾ ਕੇ ਕਰ, ਫਿਰ ਆ ਜਾਈ, ਫਿਰ ਆ ਕੇ ਸਿੱਖੀ ਦੀ ਦਾਤ ਦਾ ਤੂੰ ਅਧਿਕਾਰੀ ਹੋਵੇਗਾ।
ਹੈਵ ਕਰ ਸਿੱਖੇ ਕੇ ਅਧਿਕਾਰੀ, ਸਤਿਗੁਰ ਸੇਵ ਕਰੋ ਸੁਖਕਾਰੀ। ਹਾਲੇ ਗੁਰੂ ਸਾਹਿਬ ਨੇ ਸਿੱਖ ਬਣਾਇਆ ਨਹੀਂ, ਪਰ ਗੁਰ ਮੰਤਰ ਦੇ ਦਿੱਤਾ। ਭਾਈ ਜੇ ਤੂੰ ਆਪਣੇ ਆਪ ਨੂੰ ਸਿੱਖੇ ਦਾ ਅਧਿਕਾਰੀ ਸਮਝਣਾ ਹੈ ਨਾ, ਕਬਰਾਂ ਨੂੰ ਜਾ ਕੇ ਢਾ ਕੇ ਬਾਹਰ ਸੁੱਟ, ਤੇ ਸਤਿਗੁਰ ਸੇਵ ਕਰੋ ਸੁਖਕਾਰੀ, ਗੁਰੂ ਦਾ ਸਿਮਰਨ ਕਰੋ। ਗੁਰ ਮੰਤਰ ਦਿੱਤਾ, ਸਤਿਨਾਮ ਵਾਹਿਗੁਰੂ ਜਪਣਾ ਹੈ। ਸੁਣ ਕਰ ਬਾਕ ਮੰਝ ਘਰ ਗਇਓ, ਤੁਰਕ ਮਕਾਮ ਸੋ ਢਾਹਤ ਪਇਓ। ਭਾਈ ਮੰਝ ਸੁਣ ਕੇ ਸਤ ਬਚਨ ਕਹਿ ਕੇ ਘਰ ਚਲਾ ਗਿਆ। ਔਰ ਘਰ ਜਾਂਦਿਆਂ ਪਾਣੀ ਨਹੀਂ ਪੀਤਾ, ਧਾਣੀ ਨਹੀਂ ਪੀਤਾ। ਸਭ ਤੋਂ ਪਹਿਲੋਂ ਜਾ ਕੇ ਉਹ ਸਖੀ ਸਰਵਰ ਦੇ ਕਬਰ ਢਾਹ ਕੇ ਜਿਹੜੇ ਇੱਟਾਂ ਪੱਥਰ ਸਨ ਆਪਣੇ ਵਿਹੜੇ ਤੋਂ ਬਾਹਰ ਸੁੱਟ ਦਿੱਤੇ। ਸਰਲ ਹੋਏ ਸਤਿਗੁਰ ਸ਼ਰਨਾਈ, ਆਏ ਆਸ ਇੱਕ ਮਨ ਭਾਈ। ਅੰਦਰੋਂ ਮਨ ਪੂਰੀ ਤਰ੍ਹਾਂ ਸਰਲ ਹੋ ਗਿਆ। ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਮਨ ਵਿੱਚ ਆਸ ਲਾਈ ਹੈ ਕਿ ਹੁਣ ਗੁਰੂ ਸਾਹਿਬ ਜੀ ਕਿਰਪਾ ਕਰਨਗੇ, ਸਿੱਖੀ ਦੀ ਦਾਤ ਬਖਸ਼ਣਗੇ। ਤਬ ਸਤਿਗੁਰ ਦੀਨਸ ਉਪਦੇਸ਼, ਸਤਨਾਮ ਭਜ ਹਰੋ ਕਲੇਸ਼। ਤੇ ਉਦੋਂ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ, ਭਾਈ ਸਰਵਰੀ ਦੀ ਉਸ ਕਬਰ ਨੂੰ ਢਾਏਗਾ, ਫਿਰ ਭਜਣਾ ਹੈ, ਸਿਮਰਨਾ ਹੈ। ਤੇ ਕੀ ਭਜਣਾ ਹੈ? ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਔਰ ਭਾਈ ਮੰਝ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦਾ, ਫਿਰ ਲੋਕਾਂ ਤੋਂ ਨਾ ਡਰਦਾ ਹੈ ਨਾ ਸ਼ਰਮਾਉਂਦਾ ਹੈ। ਲੋਕ ਹੀ ਕਹਿਣਗੇ ਇਹ ਕਿਹੜਾ ਮੰਤਰ ਪੜ੍ਹਦਾ ਹੈ, ਕਿਹਨੂੰ ਜਪਦਾ ਹੈ। ਪਰ ਭਾਈ ਮੰਝ ਉੱਚੇ ਉੱਚੇ ਬੋਲਦਾ, ਕਬਰ ਨੂੰ ਬਾਹਰ ਸੁੱਟਦਾ ਹੈ। ਸਤਿਗੁਰ ਸੋ ਸਨਮੁਖ ਨਿਤ ਰਹੋ, ਸੇਵੋ ਸਿੱਖਣ ਕੋ ਸੁਖ ਲਹੋ। ਸਤਿਗੁਰੂ ਦਾ ਉਪਦੇਸ਼ ਕਮਾਉਂਦਾ ਕਿ ਸਤਿਗੁਰੂ ਜੀ ਨੂੰ ਸਨਮੁਖ ਰਹਿ ਕੇ ਗੁਰੂ ਸਾਹਿਬ ਨੂੰ ਆਪਣੇ ਹਾਜ਼ਰ ਨਾਜ਼ਰ ਜਾਣਦਾ ਹੈ। ਜਿਹੜਾ ਕੁਛ ਸਿੱਖ ਮਿਲਦਾ ਹੈ, ਸਿੱਖਾਂ ਦੀ ਸੇਵਾ ਕਰਦਾ ਹੈ। ਅੰਤःਕਰਨ ਸ਼ੁੱਧ ਹੋਏ ਜਾਏ, ਆਤਮ ਗਿਆਨ ਹਿਰਦੇ ਮੋਹ ਪਾਏ। ਔਰ ਗੁਰੂ ਸਾਹਿਬ ਦੇ ਬਚਨਾਂ ਨੂੰ ਯਾਦ ਕਰਦਾ। ਗੁਰੂ ਸਾਹਿਬ ਨੂੰ ਉਪਦੇਸ਼ ਕੀਤਾ ਸੀ ਕਿਸ ਤਰ੍ਹਾਂ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰੇਗਾ, ਸਿੱਖਾਂ ਦੀ ਸੰਗਤ ਕਰੇਗਾ, ਸਿੱਖਾਂ ਦੀ ਸੇਵਾ ਕਰੇਗਾ, ਤੇ ਭਾਈ ਮੰਝ ਅੰਤःਕਰਨ ਅੰਦਰੋਂ ਸ਼ੁੱਧ ਹੋ ਜਾਏਗਾ। ਅੰਦਰ ਸ਼ੁੱਧ ਹੋਏਗਾ, ਅੰਦਰ ਗਿਆਨ ਆਏਗੀ, ਅੰਦਰ ਦੀ ਮੈਂ ਮਿਟੇਗੀ, ਅੰਦਰ ਨਾਮ ਟਿਕੇਗਾ। ਕਿਉਂਕਿ ਦੋਵਾਂ ਗੱਲਾਂ ਵਿੱਚੋਂ ਇੱਕ ਹੀ ਰਹਿ ਸਕਦੀ ਹੈ ਜੀ। ਦੇਖੋ ਮੁੱਖ ਤੋਂ ਤਾਂ ਆਪਾਂ ਜਪ ਲਵਾਂਗੇ, ਪਰ ਗੁਰੂ ਸਾਹਿਬ ਦੇ ਪਾਵਨ ਬਚਨ ਨੇ ਔਰ ਆਪ ਸਭ ਨੂੰ ਚੇਤੇ ਹੈ। ਹਉਮੈ ਨਾਵੇਂ ਨਾਲ ਵਿਰੋਧ ਹੈ। ਹਉਮੈ ਦਾ ਅਰਥ ਮੈਂ, ਕਿ ਮੈਂ ਵੀ ਕੁਛ ਹੁੰਦਾ, ਤੇ ਜਦੋਂ ਤੱਕ ਇਹ ਮੈਂ ਹੈ ਉਦੋਂ ਤੱਕ ਫਿਰ ਨਾ ਥੋੜ੍ਹੀ ਹੈ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾਏ। ਪਰ ਕਿਤੇ ਨਾ ਕਿਸੇ ਅਸੀਂ ਦੋਵਾਂ ਨੂੰ ਇਕੱਠਾ ਵਸਾਉਣਾ ਚਾਹੁੰਦੇ ਹਾਂ। ਇੱਕੋ ਮਿਆਨ ਦੇ ਵਿੱਚ ਦੋ ਕਿਰਪਾਨਾਂ ਪਾਉਣਾ ਚਾਹੁੰਦੇ ਹਾਂ। ਪਰ ਗੁਰੂ ਸਾਹਿਬ ਜੀ ਕਹਿੰਦੇ ਸਿੱਖੋ ਪੈਣੀਆਂ ਨਹੀਂ, ਕਿਰਪਾਨ ਤੇ ਕੀ ਪੈਗੀ, ਜਾਂ ਮੈਂ ਵਾਲੀ ਤੇ ਜਾਂ ਨਾਮ ਵਾਲੀ। ਅੰਤ ਸਮੇਂ ਮਹਿ ਬੰਧ ਨਿਕੰਦ, ਮੁਕਤ ਹੋਏ ਕਰ ਮਿਲੋ ਆਨੰਦ। ਔਰ ਗੁਰੂ ਸਾਹਿਬ ਦੇ ਬਚਨਾਂ ਨੂੰ ਚੇਤੇ ਕਰਤਾ। ਗੁਰੂ ਸਾਹਿਬ ਜੀ ਕਹਿੰਦੇ ਜੇ ਇਹ ਕਰਮ ਕਰੇਗਾ ਨਾ ਭਾਈ ਮੰਝ, ਜੇ ਅੰਤ ਸਮੇਂ ਜਮਾਂ ਦੀਆਂ ਫਾਹੀਆਂ ਅੰਤ ਸਮੇਂ ਤੱਕ ਕੱਟੀਆਂ ਜਾਣਗੀਆਂ। ਜਿਉਂਦਿਆਂ ਜੇ ਮੁਕਤ ਹੋ ਜਾਏਗਾ, ਜਿਉਂਦਿਆਂ ਜੇ ਪਰਮ ਆਨੰਦ ਨੂੰ ਮਿਲ ਜਾਏਗਾ। ਸਿਮਰਨ ਕਰਨ ਲੱਗੇ ਸਤਨਾਮੂ, ਕਿਤਕ ਦਿਵਸ ਮਹਿ ਪਹੁੰਚੇ ਧਾਮੂ। ਕਹਿੰਦੇ ਭਾਈ ਮੰਝ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਕਈ ਦਿਨ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਰਿਹਾ, ਤੇ ਬਾਅਦ ਵਿੱਚ ਗੁਰੂ ਸਾਹਿਬ ਦਾ ਸਾਰਾ ਉਪਦੇਸ਼ ਲੈ ਕੇ ਜਦੋਂ ਘਰ ਪਹੁੰਚਿਆ, ਸਭ ਤੋਂ ਪਹਿਲਾ ਕੰਮ ਕੀਤਾ, ਕਬਰ ਨੂੰ ਢਾਇਆ। ਗੁਰ ਕੋ ਕਹਿਓ ਹੁਣ ਪੁਣ ਲਾਗਿਓ, ਸਰਬ ਸਮਾਜ ਨਾ ਸਾਹਿਬ ਭਾਗੇ। ਔਰ ਜੋ ਗੁਰੂ ਸਾਹਿਬ ਨੇ ਬਚਨ ਕਹੇ ਸਨ, ਬਸ ਜਿਸ ਦਿਨ ਉਹ ਕਬਰ ਢਾਈ, ਬਾਹਰ ਸੁੱਟੀ, ਉਸ ਦਿਨ ਤੋਂ ਘਰ ਦੇ ਵਿੱਚ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਔਰ ਇਵੇਂ ਦੇ ਵਹਿਮ ਅੱਜ ਵੀ ਪਾਏ ਜਾਂਦੇ ਨੇ।
भाई वीरवार का दीवा बंद कर दिता, देख तां नुकसान होया, मज्झां मरनियां शुरू हो गई। घर दे जिहड़े ने वो उहदे नाल नाराज रहन लग गए। और कहा जाता कि इस पीर का दीवा बंद किया तां नुकसान है। पर जे सतगुरु की बाणी सुनीए भाई, जे किसी की सेवा छड्ड दईए तो छड्डण तो बाद जे नुकसान ही होना, फिर उस सेवा का लाभ की है? कि ਜਿਹੜੀ सेवा करके फिर भी डर रहे कि किते लेखा देना पैना है। सतगुरु जी कहते हैं सा सेवा औखी हुई, फिर वो तो सेवा बड़ी औखी पाई। गुरु साहब ने दसिया भाई बिल्कुल सौखा सीधा ढंग, सिमरन करना, सिखां की संगत करनी, सिखां की सेवा करनी, बस ये गुरु की सेवा है। तुरंग महक धन भयो विनाश, लगे शरीक करण उपहास। घर विच घोड़े सन, घोड़े कुछ मर गए, कुछ विक गए। मज्झां सन, वो हौली हौली करके सारियां खत्म हो गई। धन पदार्थ घरों नाश हो गया। पिंड के लोग शरीके वाले जिहड़े ने वो मखौल करते हैं, टिचरां करते हैं। कोई कमला कहता है, कोई चल्ला कहता है। ग्राम नार नर सब तब कहियो, पीर मारते सब किश दहियो। और पिंडा वाले ने आके नाल दे पिंडा वाले ने भी समझाया कि मंज देख तेनू पीर की मार पै गई है, तू पीर की सेवा छड्डी तां सारा कुछ चला गया है। गुर के सिखे जब ते लीन, तब ते होयो सब किश हीन। कि देख जदों तू गुरु की सिक्खी धारण की, सब कुछ तेरा हीन हो गया, सब कुछ नाश हो गया, सब कुछ चला गया है। सब ने मिल सो मंज समझायो, पीर कोप कर सगल गवायो। सारे आके अपने वालों भाई मंज नूं समझाउंदे ने कि मंज कीप पीर कोप कर सगल गवायो, तू पीर नूं नाराज करके अपना सारा कुछ गवा लिया है। गुर सिक्खे तज पुन कर जोर, बख्शे तुझको पीर ने होर। और लोग समझाते हैं मझ हजे भी छड्ड, इस गुरसिक्खी नूं छड्ड। कि भाई मंझ हजे भी हाथ जोड़ के पीर दे कोलों अपनी भुल बख्शा लै, हजे भी आके वीरवार का दीवा शुरू कर दे। सुनत मंझ ने बाक उचारे, मैं सिख भा अब सतगुरु दुआरे। ये सुन के भाई मंझ कहता है कि दुनिया के लोगों सुन लो, मैं किसी सखी सरवर नूं नहीं जानता, मैं किसी पीर का चेला नहीं, मैं किसी पीर का मुरीद नहीं। मैं हुण धन गुरु अर्जन देव जी का सिख हाँ, और मेरे अंदर गुरु का वस हो गया, गुरुद्वारा मेरे अंदर ही है। पूर पदार्थ काम न मेरे, लियो मुक्त होए आनंद कनेरे। भाई मंझ का सिदक ते भरोसा इन्ना सी, कहते दुनिया के लोगों ये जिहड़ियां मੱਝਾਂ ने गावां ने, ये जिहड़े कूड़े चले गए ने, जमीनां चलियां गईयां ने, भी तुहाडे किहड़ा नाल जाणियां ने। एक दिन तो तुहाडे कोलों भी चलियां जाणियां ना, जां तुसीं चले जाओगे। हुण मेरे वास्ते तो मेरे गुरु है, मेरे वास्ते तो सब कुछ गुरु। एक कूड़ पदार्थ मेरे काम दे नहीं, ना इन्हां साथ देना है, ना इन्हां ने साथ जाना है। हुण तो गुरु का सिख हो गया, तो गुरु की सेवा करके सिमरन करके आनंद लेना है। इस तरह भाई मंझ उन्होंने कुछ जवाब देंदे ने। अगे भाई मंझ जिवें गुरु की शरण में आउंदे ने, वो आपां कल विचारांगे। होईयां भुल्लां दी खिमा। आओ 1-2 मिनट होर रसना दे नाल हाज़री लवाइए, फिर समाप्ति है। वाहे गुरु वाहे गुरु।